ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਲਗਭਗ 20 ਕੁਐਸਚਨ ਡਿਸਕਸ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਹਾਡੀ ਇਹਨਾਂ ਟੌਪਿਕਾਂ ਦੀ ਪੂਰੀ ਤਿਆਰੀ ਹੋ ਜਾਏਗੀ ਤੇ ਜੇਕਰ ਤੁਹਾਨੂੰ ਇਹਦੇ ਵਿੱਚ ਕੋਈ ਡਾਊਟ ਹੈ ਤਾਂ ਉਹ ਵੀ ਕਲੀਅਰ ਹੋ ਜਾਣਗੇ। ਚਲੋ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾ ਪ੍ਰਸ਼ਨ ਸਕਰੀਨ ਤੇ ਤੁਹਾਡੇ ਸਾਹਮਣੇ ਹੈ ਜੀ। ਹੇਠਾਂ ਲਿਖੇ ਵਿਕਲਪਾਂ ਵਿੱਚੋਂ ਕਿਹੜੇ ਮੁਗਲ ਬਾਦਸ਼ਾਹ ਦਾ ਕਾਲਕ੍ਰਮ ਸਹੀ ਹੈ? ਸਾਨੂੰ ABCD ਦੇ ਵਿੱਚ 4 ਮੁਗਲ ਬਾਦਸ਼ਾਹਾਂ ਦੇ ਨਾਮ ਦਿੱਤੇ ਨੇ ਤੇ ਇਹਨਾਂ ਨੂੰ ਵੱਖ-ਵੱਖ ਤਰਤੀਬ ਦੇ ਵਿੱਚ ਲਿਖਿਆ ਹੋਇਆ ਹੈ। ਅਸੀਂ ਦੱਸਣਾ ਹੈ ਕਿ ਇਹਦੇ ਵਿੱਚੋਂ ਕਿਹੜਾ ਬਾਦਸ਼ਾਹ ਪਹਿਲਾਂ ਹੋਇਆ ਤੇ ਕਿਹੜਾ ਬਾਦਸ਼ਾਹ ਬਾਅਦ ਦੇ ਵਿੱਚ ਹੋਇਆ। ਹੁਣ ਇਹਨੂੰ ਤੁਸੀਂ ਇੱਕ ਟ੍ਰਿਕ ਦੇ ਨਾਲ ਯਾਦ ਕਰ ਸਕਦੇ ਹੋ। ਇਹ ਮੈਨੂੰ ਨੈਟ ਤੋਂ ਲੱਭੀ ਸੀ, ਮੈਂ ਤਾਂ ਡਿਸਕਸ ਕਰ ਰਿਹਾ ਤੁਹਾਡੇ ਨਾਲ। ਇਹ ਟ੍ਰਿਕ ਹੈ ਜੀ ਬਾਜੀ ਸਬਜੀ। ਬਾਜੀ ਸਬਜੀ ਦੇ ਵਿੱਚ B ਤੋਂ ਬਾਬਰ, H ਤੋਂ ਹੁਮਾਯੂ, A ਤੋਂ ਅਕਬਰ, JI ਤੋਂ ਜਹਾਂਗੀਰ ਤੇ ਸਬਜੀ ਦੇ ਵਿੱਚ S ਤੋਂ ਸ਼ਾਹਜਹਾਂ, A ਤੋਂ ਔਰੰਗਜ਼ੇਬ, B ਤੋਂ ਬਹਾਦਰ ਸ਼ਾਹ ਤੇ JI ਤੋਂ ਜਹਾਂਗੀਰ ਸ਼ਾਹ। ਹੁਣ ਇੱਥੇ ਦਿੱਤੇ ਆਪਸ਼ਨਾਂ ਦੇ ਵਿੱਚ ਜਿਹੜਾ B ਆਪਸ਼ਨ ਹੈ ਉਹਦੇ ਵਿੱਚ ਜੋ ਕਾਲਕ੍ਰਮ ਹੈ ਇਹ ਬਿਲਕੁਲ ਸਹੀ ਹੈ ਜੀ। ਹੁਮਾਯੂ, ਅਕਬਰ, ਜਹਾਂਗੀਰ ਤੇ ਸ਼ਾਹਜਹਾਂ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ B। ਅਗਲਾ ਪ੍ਰਸ਼ਨ ਹੈ ਜੀ। ਖਾੜੀ ਦੀ ਧਾਰਾ ਜੋ ਕਿ ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਹੈ, ਨਿਊ ਫਾਊਂਡਲੈਂਡ ਦੇ ਟਾਪੂਆਂ ਦੇ ਕੋਲ ਪੁੱਜ ਕੇ ਇਸ ਵਿੱਚ ਇੱਕ ਉੱਤਰ ਵੱਲੋਂ ਠੰਡੀ ਧਾਰਾ ਆ ਮਿਲਦੀ ਹੈ, ਜਿਸ ਕਰਕੇ ਇਸ ਜਗ੍ਹਾ ਤੇ ਬੜੀ ਸੰਘਣੀ ਧੁੰਦ ਪੈ ਜਾਂਦੀ ਹੈ। ਅਸੀਂ ਦੱਸਣਾ ਹੈ ਕਿ ਉਹ ਠੰਡੀ ਧਾਰਾ ਕਿਹੜੀ ਹੈ। ਆਪਸ਼ਨ ਹਨ ਲੈਬਰੇਡੋਰ ਦੀ ਧਾਰਾ, ਕਨੇਰੀ ਦੀ ਧਾਰਾ, ਬ੍ਰਾਜ਼ੀਲ ਦੀ ਧਾਰਾ ਜਾਂ ਫਾਕਲੈਂਡ ਦੀ ਧਾਰਾ। ਜਿਹੜੀ ਖਾੜੀ ਦੀ ਧਾਰਾ ਹੈ ਇਹ ਮੈਕਸੀਕੋ ਦੀ ਖਾੜੀ ਤੋਂ ਸ਼ੁਰੂ ਹੋ ਕੇ ਨਿਊ ਫਾਊਂਡਲੈਂਡ ਦੇ ਟਾਪੂਆਂ ਤੱਕ ਪਹੁੰਚਦੀ ਹੈ ਤੇ ਇਹ ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਹੈ। ਇਹਦੀ ਚੌੜਾਈ 400 ਕਿਲੋਮੀਟਰ ਤੱਕ ਹੈ ਤੇ ਇਹਦੇ ਵਿੱਚ ਜਿਹੜੀ ਠੰਡੀ ਧਾਰਾ ਆ ਕੇ ਮਿਲਦੀ ਹੈ ਉਹਦਾ ਨਾਂ ਹੈ ਜੀ ਲੈਬਰੇਡੋਰ ਦੀ ਧਾਰਾ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ। ਹੇਠ ਲਿਖੇ ਵਿੱਚੋਂ ਕੌਣ ਗ੍ਰਾਮ ਪੰਚਾਇਤ ਦਾ ਸਕੱਤਰ ਨਿਯੁਕਤ ਕਰਦਾ ਹੈ? ਆਪਸ਼ਨ ਹਨ ਪੰਚਾਇਤ ਸਮਿਤੀ, ਜ਼ਿਲ੍ਹਾ ਪਰਿਸ਼ਦ, ਪੰਚਾਇਤ ਪ੍ਰਧਾਨ ਜਾਂ ਰਾਜ ਸਰਕਾਰਾਂ। ਪੰਚਾਇਤ ਦੇ ਕੰਮਾਂ ਦੀ ਸਹਾਇਤਾ ਲਈ ਇੱਕ ਸਰਕਾਰੀ ਕਰਮਚਾਰੀ ਵੀ ਹੁੰਦਾ ਹੈ ਜਿਸ ਨੂੰ ਪੰਚਾਇਤ ਸਕੱਤਰ ਆਖਦੇ ਹਨ। ਇਹ ਸਰਕਾਰ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਰਾਜ ਸਰਕਾਰ। D ਆਪਸ਼ਨ ਬਿਲਕੁਲ ਸਹੀ ਹੋ ਜਾਏਗਾ ਜੀ। ਅਗਲਾ ਪ੍ਰਸ਼ਨ ਹੈ ਜੀ। ਮਹਾਤਮਾ ਗਾਂਧੀ ਨੇ ਨਸਲੀ ਵਿਤਕਰੇ ਦੇ ਵਿਰੁੱਧ ਲੜਨ ਲਈ ਨੇਟਲ ਕਾਂਗਰਸ ਦੀ ਸਥਾਪਨਾ ਕਿਸ ਸਾਲ ਕੀਤੀ ਸੀ? ਆਪਸ਼ਨ ਹਨ 1885, 1894, 1905 ਤੇ 1915। ਨੈਟਲ ਇੰਡੀਅਨ ਕਾਂਗਰਸ ਦਾ ਪ੍ਰਸਤਾਵ ਮਹਾਤਮਾ ਗਾਂਧੀ ਦੁਆਰਾ 22 ਮਈ 1894 ਨੂੰ ਕੀਤਾ ਗਿਆ ਸੀ ਤੇ 22 ਅਗਸਤ 1894 ਨੂੰ ਇਹ ਸਥਾਪਿਤ ਕੀਤੀ ਗਈ ਸੀ ਮਹਾਤਮਾ ਗਾਂਧੀ ਵੱਲੋਂ। ਗਾਂਧੀ ਜੀ ਇਸ ਦੇ ਆਨਰੇਰੀ ਸਕੱਤਰ ਸਨ ਤੇ ਅਬਦੁੱਲਾ ਹਾਜੀ ਆਦਮ ਝਾਵੇਰੀ, ਜਿਹਨੂੰ ਦਾਦਾ ਅਬਦੁੱਲਾ ਵੀ ਕਹਿੰਦੇ ਸਨ, ਉਸ ਨੂੰ ਇਸ ਦਾ ਪ੍ਰਧਾਨ ਚੁਣਿਆ ਗਿਆ। ਇਹਦਾ ਸਹੀ ਜਵਾਬ ਹੋ ਜਾਏਗਾ ਜੀ 1894। B ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ। ਸ਼ਨੀ ਗ੍ਰਹਿ ਦੇ ਛੱਲੇ ਕਿਸ ਦੇ ਬਣੇ ਹੁੰਦੇ ਹਨ? ਆਪਸ਼ਨ ਹਨ ਸੈਟੇਲਾਈਟ, ਹਾਈਡਰੋਜਨ ਅਤੇ ਹੀਲੀਅਮ, ਛੋਟੇ ਬਰਫ਼ ਅਤੇ ਚਟਾਨ ਦੇ ਕਣ ਜਾਂ ਉੱਪਰ ਵਾਲਿਆਂ ਵਿੱਚੋਂ ਕੋਈ ਨਹੀਂ। ਸ਼ਨੀ ਗ੍ਰਹਿ ਦੇ ਆਲੇ ਦੁਆਲੇ ਜਿਹੜੇ ਰਿੰਗਸ ਨੇ ਬਰਫ਼ ਦੇ ਛੋਟੇ-ਛੋਟੇ ਟੁਕੜਿਆਂ, ਧੂੜ ਵਰਗੀਆਂ ਹੋਰ ਸਮੱਗਰੀਆਂ ਵਾਲੀਆਂ ਚਟਾਨਾਂ ਤੋਂ ਬਣੇ ਹੁੰਦੇ ਹਨ। ਇਹਦਾ ਸਹੀ ਜਵਾਬ ਹੋ ਜਾਏਗਾ ਜੀ C, ਛੋਟੇ ਬਰਫ਼ ਅਤੇ ਚਟਾਨਾਂ ਦੇ ਕਣ। ਅਗਲਾ ਪ੍ਰਸ਼ਨ ਹੈ। ਦਾ ਜਰਨਲ ਜੰਗ ਇੰਡੀਆ ਹੇਠ ਲਿਖੇ ਵਿੱਚੋਂ ਕਿਸ ਨਾਲ ਸੰਬੰਧਿਤ ਹੈ? ਆਪਸ਼ਨ ਹਨ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਵੱਲਭ ਭਾਈ ਪਟੇਲ ਜਾਂ ਰਾਜਿੰਦਰ ਪ੍ਰਸਾਦ। ਜਿਹੜਾ ਇਹ ਜਰਨਲ, ਜਿਹਨੂੰ ਆਪਾਂ ਮੈਗਜ਼ੀਨ ਵੀ ਕਹਿ ਸਕਦੇ ਹਾਂ, ਜੰਗ ਇੰਡੀਆ 1916 ਦੇ ਵਿੱਚ ਲਾਲਾ ਲਾਜਪਤ ਰਾਏ ਦੁਆਰਾ ਸਥਾਪਿਤ ਕੀਤਾ ਗਿਆ ਸੀ ਤੇ ਬਾਅਦ ਵਿੱਚ ਮਹਾਤਮਾ ਗਾਂਧੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਅੰਗਰੇਜ਼ੀ ਦਾ ਇੱਕ ਹਫ਼ਤਾਵਾਰੀ ਪੇਪਰ ਜਾਂ ਜਰਨਲ ਸੀ। ਇਹ ਗਾਂਧੀ ਦੁਆਰਾ 1919 ਤੋਂ ਲੈ ਕੇ 1931 ਤੱਕ ਪ੍ਰਕਾਸ਼ਿਤ ਕੀਤਾ ਗਿਆ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਮਹਾਤਮਾ ਗਾਂਧੀ। B ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ। ਸਥਾਨਕ ਸਮਾਂ ਕਿਸ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ? ਆਪਸ਼ਨ ਹਨ ਦਿਸ਼ਾਂਤਰ ਜਾਂ ਲੰਬਕਾਰ, ਜਿਹਨੂੰ ਲੌਂਗੀਟਿਊਡ ਬੋਲਦੇ ਆ, ਕੇਂਦਰੀ ਮੈਰੀਡੀਅਨ, ਜਿਹਨੂੰ ਸੈਂਟਰਲ ਮੈਰੀਡੀਅਨ ਕਹਿੰਦੇ ਆ, ਅਕਸ਼ਾਂਸ਼ ਜਾਂ ਵਿਤਕਾਰ ਦੇ ਸਮਾਨ ਅੰਤਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਥਾਨਕ ਸਮਾਂ ਕੱਢਣ ਬਾਰੇ ਇੱਕ ਮੈਂ ਪਹਿਲਾਂ ਵੀ ਕੁਐਸਚਨ ਕੀਤਾ ਸੀ, ਫਿਰ ਤੋਂ ਦੱਸ ਦੇਣਾ ਜੀ। ਦੇਖੋ ਅਰਥ ਜਿਹੜੀ ਹੈ ਇਹ ਇੱਕ ਗੋਲੇ ਦੀ ਤਰ੍ਹਾਂ ਹੈ ਤੇ ਇਹਨੂੰ ਆਪਾਂ 360 ਡਿਗਰੀ ਦੇ ਵਿੱਚ ਵੰਡ ਲੈਂਦੇ ਹਾਂ। 360 ਡਿਗਰੀ ਦਾ ਚੱਕਰ ਪੂਰਾ ਕਰਦੀ ਹੈ ਅਰਥ 24 ਘੰਟਿਆਂ ਦੇ ਵਿੱਚ, ਜਾਂ ਕਹਿ ਲਓ ਕਿ 1440 ਮਿੰਟਾਂ ਦੇ ਵਿੱਚ 360 ਡਿਗਰੀ ਦਾ ਚੱਕਰ ਪੂਰਾ ਹੁੰਦਾ ਹੈ। ਅਰਥ ਆਪਣੀ ਧੁਰੇ ਦੇ ਦੁਆਲੇ ਦੀ ਗੱਲ ਕਰ ਰਿਹਾ ਮੈਂ, ਠੀਕ ਹੈ। ਤੇ ਜੇਕਰ ਤੁਸੀਂ 1440 ਨੂੰ 360 ਦੇ ਨਾਲ ਭਾਗ ਕਰਦੇ ਹੋ ਤਾਂ 4 ਆਉਂਦਾ ਹੈ। ਇਹਦਾ ਮਤਲਬ ਹੈ ਕਿ 1 ਡਿਗਰੀ ਲੌਂਗੀਟਿਊਡ ਜਾਂ ਦਿਸ਼ਾਂਤਰ 4 ਮਿੰਟ ਦੇ ਬਰਾਬਰ ਹੁੰਦਾ ਹੈ। ਤੇ ਕੋਈ ਵੀ ਦੇਸ਼ ਗ੍ਰੀਨਵਿਚ ਲਾਈਨ ਦੇ ਪੂਰਬ ਦੇ ਵਿੱਚ ਹੈ ਜਾਂ ਪੱਛਮ ਦੇ ਵਿੱਚ ਹੈ, ਉਹ ਕਿੰਨੇ ਲੌਂਗੀਟਿਊਡ 'ਤੇ ਹੈ, ਇਹਦੇ ਨਾਲ ਤੁਸੀਂ, ਜੇਕਰ ਤੁਹਾਨੂੰ ਲੌਂਗੀਟਿਊਡ ਦਾ ਪਤਾ ਹੈ ਤਾਂ ਤੁਸੀਂ ਉਸ ਜਗ੍ਹਾ ਦਾ ਸਥਾਨਕ ਸਮਾਂ ਕੱਢ ਸਕਦੇ ਹੋ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਲੌਂਗੀਟਿਊਡ।
ਜਾਂ ਦੇਸਾਂਤਰ ਜਾਂ ਲੰਬਕਾਰ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਰਾਜਾਂ ਵਿੱਚੋਂ ਪੰਚਾਇਤੀ ਰਾਜ ਪ੍ਰਣਾਲੀ ਪਹਿਲੀ ਵਾਰ ਕਿਸ ਵਿੱਚ ਲਾਗੂ ਕੀਤੀ ਗਈ ਸੀ? ਆਪਸ਼ਨ ਹਨ ਗੁਜਰਾਤ, ਉੱਤਰ ਪ੍ਰਦੇਸ਼, ਰਾਜਸਥਾਨ ਜਾਂ ਉੜੀਸਾ। ਜਿਹੜੀ ਪੰਚਾਇਤੀ ਰਾਜ ਪ੍ਰਣਾਲੀ ਹੈ ਇਹ ਸਭ ਤੋਂ ਪਹਿਲਾਂ ਰਾਜਸਥਾਨ ਦੇ ਵਿੱਚ ਲਾਗੂ ਕੀਤੀ ਗਈ ਸੀ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਮੀਡੀਆ ਕਿਸ ਵਜੋਂ ਜਾਣਿਆ ਜਾਂਦਾ ਹੈ? ਆਪਸ਼ਨ ਹਨ ਫਸਟ ਅਸਟੇਟ, ਸੈਕੰਡ ਅਸਟੇਟ, ਥਰਡ ਅਸਟੇਟ ਜਾਂ ਫੋਰਥ ਅਸਟੇਟ। ਅਸੀਂ ਜਾਣਦੇ ਹਾਂ ਕਿ ਜਿਹੜੇ ਲੋਕਤੰਤਰ ਦੇ 4 ਥੰਮ ਨੇ ਉਹਨਾਂ ਦੇ ਵਿੱਚ ਮੀਡੀਆ ਵੀ ਇੱਕ ਹੈ। ਲੋਕਤੰਤਰ ਦੇ 4 ਥੰਮ ਕਿਹੜੇ-ਕਿਹੜੇ ਨੇ? ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ। ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਚੰਦਰ ਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਕਿਹੜੀ ਰਾਸ਼ਟਰੀ ਸੰਘ ਦੇ ਮੈਂਬਰ ਸਨ? ਸਕਰੀਨ ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਭਾਰਤੀ ਰਾਸ਼ਟਰੀ ਕਾਂਗਰਸ, ਰਾਸ਼ਟਰੀ ਸਵੈਮ ਸੇਵਕ ਸੰਘ RSS, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਜਾਂ ਭਾਰਤੀ ਕਮਿਊਨਿਸਟ ਪਾਰਟੀ। ਚੰਦਰ ਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਸਨ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਪੰਚਾਇਤੀ ਰਾਜ ਸੰਸਥਾਵਾਂ, ਪੰਚਾਇਤੀ ਰਾਜ ਇੰਸਟੀਟਿਊਸ਼ਨ ਜਿਹਨੂੰ PRI ਵੀ ਕਹਿੰਦੇ ਆ, ਭਾਰਤ ਵਿੱਚ ਇੱਕ ਪ੍ਰਣਾਲੀ ਹੈ। ਇਹ ਕਿਹੜੀ ਪ੍ਰਣਾਲੀ ਹੈ? ਆਪਸ਼ਨ ਹਨ ਕੇਂਦਰ ਸਰਕਾਰ, ਪੇਂਡੂ ਸਥਾਨਕ ਸਵੈ ਸ਼ਾਸਨ, ਪ੍ਰਬੰਧਕੀ ਜਾਂ ਟੈਕਸੇਸ਼ਨ। ਜਿਹੜੀ ਪੰਚਾਇਤੀ ਰਾਜ ਸੰਸਥਾਵਾਂ ਨੇ ਇਹਨਾਂ ਨੂੰ ਅਸੀਂ ਪੇਂਡੂ ਸਥਾਨਕ ਸਵੈ ਸ਼ਾਸਨ ਵੀ ਆਖਦੇ ਹਾਂ। ਇਹ ਪ੍ਰਣਾਲੀ ਇਹ ਹੈ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਉੱਤਰੀ ਅਰਧ ਗੋਲੇ ਵਿੱਚ ਇੱਕ ਘੱਟ ਦਬਾਅ ਦੇ ਆਲੇ ਦੁਆਲੇ ਹਵਾ ਦੀ ਦਿਸ਼ਾ ਕੀ ਹੁੰਦੀ ਹੈ? ਆਪਸ਼ਨ ਹਨ ਘੜੀ ਦੀ ਦਿਸ਼ਾ ਦੇ ਵਿੱਚ ਯਾਨੀ ਕਿ ਕਲੌਕਵਾਈਜ਼, ਘੜੀ ਤੋਂ ਉਲਟੀ ਦਿਸ਼ਾ ਦੇ ਵਿੱਚ ਯਾਨੀ ਕਿ ਐਂਟੀ ਕਲੌਕਵਾਈਜ਼, ਆਈਸੋਬਾਰਸ ਨੂੰ ਲੰਬਵਤ ਜਾਂ ਆਈਸੋਬਾਰਸ ਦੇ ਸਮਾਨਾਂਤਰ। ਇਹ ਥੋੜ੍ਹਾ ਜਿਹਾ ਡਿਫੀਕਲਟ ਕੁਐਸਚਨ ਹੈ, ਤੁਸੀਂ ਇਹਨੂੰ ਯਾਦ ਰੱਖਣਾ ਹੈ। ਉੱਤਰੀ ਅਰਧ ਗੋਲੇ ਦੇ ਵਿੱਚ ਜੇਕਰ ਘੱਟ ਦਬਾਅ ਦਾ ਖੇਤਰ ਹੋਏਗਾ ਤੇ ਉਹਦੇ ਆਲੇ ਦੁਆਲੇ ਹਵਾ ਘੁੰਮੇਗੀ, ਉਹ ਘੜੀ ਦੀ ਉਲਟੀ ਦਿਸ਼ਾ ਦੇ ਵਿੱਚ ਘੁੰਮੇਗੀ ਘੱਟ ਦਬਾਅ ਵਾਲੇ ਖੇਤਰ ਦੇ, ਯਾਨੀ ਕਿ ਐਂਟੀ ਕਲੌਕਵਾਈਜ਼। ਇੱਥੇ ਘੱਟ ਦਬਾਅ ਵਾਲਾ ਖੇਤਰ ਹੈ ਤੇ ਐਂਟੀ ਕਲੌਕਵਾਈਜ਼ ਹੀ ਇਹਦਾ ਆਨਸਰ ਹੋਏਗਾ। ਪਰ ਜੇਕਰ ਵੱਧ ਦਬਾਅ ਦਾ ਖੇਤਰ ਹੋਵੇਗਾ ਤਾਂ ਹਵਾ ਦੀ ਜਿਹੜੀ ਦਿਸ਼ਾ ਹੈ, ਹਵਾ ਦੇ ਘੁੰਮਣ ਦੀ ਦਿਸ਼ਾ, ਉਹ ਕਲੌਕਵਾਈਜ਼ ਹੋਏਗੀ ਉੱਤਰੀ ਅਰਧ ਗੋਲੇ ਦੇ ਵਿੱਚ, ਤੇ ਦੱਖਣੀ ਅਰਧ ਗੋਲੇ ਦੇ ਵਿੱਚ ਇਸ ਤੋਂ ਬਿਲਕੁਲ ਉਲਟ ਹੋ ਜਾਣਾ ਹੈ। ਠੀਕ ਹੈ ਜੀ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਐਂਟੀ ਕਲੌਕਵਾਈਜ਼, ਕਿਉਂਕਿ ਇੱਥੇ ਉੱਤਰੀ ਅਰਧ ਗੋਲਾ ਤੇ ਘੱਟ ਦਬਾਅ ਕਿਹਾ ਗਿਆ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਔਰਤਾਂ ਲਈ ਰਾਖਵਾਂਕਰਨ ਕਿਸ ਵਿੱਚ ਉਪਲਬਧ ਹੈ? ਸੰਸਦ, ਕੈਬਨਿਟ, ਅਸੈਂਬਲੀ ਜਾਂ ਪੰਚਾਇਤੀ ਰਾਜ ਸੰਸਥਾਵਾਂ। ਭਾਰਤ ਦੇ ਵਿੱਚ ਔਰਤਾਂ ਦੇ ਲਈ ਜਿਹੜਾ ਰਿਜ਼ਰਵੇਸ਼ਨ ਹੈ ਉਹ ਸਿਰਫ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ ਹੀ ਅਵੇਲੇਬਲ ਹੈ। ਬਾਕੀ ਜਗ੍ਹਾ ਤੇ ਰਿਜ਼ਰਵੇਸ਼ਨ ਦਾ ਜਿਹੜਾ ਬਿੱਲ ਆ ਉਹ ਪੈਂਡਿੰਗ ਹੈ। ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਚ 33% ਔਰਤਾਂ ਦੇ ਲਈ ਸੀਟਾਂ ਰਾਖਵੀਆਂ ਨੇ। ਕੁਝ ਸਟੇਟ ਦੇ ਵਿੱਚ ਇਹ 50% ਵੀ ਹਨ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਪੰਚਾਇਤੀ ਰਾਜ ਸੰਸਥਾਵਾਂ। ਅਗਲਾ ਪ੍ਰਸ਼ਨ ਹੈ, ਚੋਣਾਂ ਕਰਵਾਉਣ ਦੇ ਕਾਰਨਾਂ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਬਿਆਨ ਗਲਤ ਹੈ? ਆਪਸ਼ਨ ਹਨ ਚੋਣਾਂ ਲੋਕਾਂ ਨੂੰ ਸਮਰੱਥ ਬਣਾਉਂਦੀਆਂ ਹਨ ਕਿ ਉਹ ਸਰਕਾਰ ਦੀ ਕਾਰਜਗੁਜ਼ਾਰੀ ਦਾ ਨਿਰਣਾ ਕਰਨ। ਇਹ ਸਹੀ ਹੈ। ਇੱਕ ਚੋਣ ਵਿੱਚ ਆਪਣੀ ਪਸੰਦ ਦੇ ਪ੍ਰਤੀਨਿਧੀ ਲੋਕ ਚੁਣਦੇ ਹਨ। ਇਹ ਵੀ ਸਹੀ ਹੈ। ਚੋਣਾਂ ਲੋਕਾਂ ਨੂੰ ਨਿਆਂਪਾਲਿਕਾ ਦੀ ਕਾਰਜਗੁਜ਼ਾਰੀ ਦਾ ਮੁਲਾਂਕਣ ਕਰਨ ਦੇ ਸਮਰੱਥ ਬਣਾਉਂਦੀਆਂ ਹਨ। ਇਹ ਬਿਲਕੁਲ ਗਲਤ ਹੈ, ਕਿਉਂਕਿ ਚੋਣਾਂ ਦੇ ਨਾਲ ਨਿਆਂਪਾਲਿਕਾ ਦੀ ਕਾਰਜਗੁਜ਼ਾਰੀ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਡੀ ਆਪਸ਼ਨ ਦੇ ਵਿੱਚ ਹੈ ਲੋਕ ਦੱਸ ਸਕਦੇ ਹਨ ਕਿ ਉਹਨਾਂ ਨੂੰ ਕਿਹੜੀਆਂ ਨੀਤੀਆਂ ਨੂੰ ਉਹ ਤਰਜੀਹ ਦਿੰਦੇ ਹਨ। ਇਹ ਵੀ ਸਹੀ ਹੈ। ਇਸ ਸਵਾਲ ਦਾ ਸਹੀ ਜਵਾਬ ਹੈ ਸੀ, ਕਿਉਂਕਿ ਇਹਦੇ ਵਿੱਚ ਅਸੀਂ ਗਲਤ ਬਿਆਨ ਦੱਸਣਾ ਸੀ ਤੇ ਉਹ ਸੀ ਵਾਲਾ ਬਿਆਨ ਜਿਹੜਾ ਉਹ ਗਲਤ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖੇ ਵਿੱਚੋਂ ਕਿਹੜਾ ਸ਼ਬਦ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਮੌਜੂਦ ਨਹੀਂ ਹੈ? ਆਪਸ਼ਨ ਹਨ ਨਿਆਂ, ਜਸਟਿਸ, ਧਰਮ ਨਿਰਪੱਖ, ਸੈਕੂਲਰ, ਸਮਾਜਵਾਦੀ, ਸੋਸ਼ਲਿਸਟ ਤੇ ਵਿਭਿੰਨਤਾ, ਡਾਈਵਰਸਿਟੀ। ਜਿਹੜੀ 42ਵੀਂ ਸੋਧ ਤੋਂ ਬਾਅਦ ਪ੍ਰੀਐਂਬਲ ਬਣੀ ਭਾਰਤ ਦੀ, 42ਵੀਂ ਸੋਧ ਤੋਂ ਬਾਅਦ ਜਿਹੜੀ ਭਾਰਤ ਦੀ ਕੰਸਟੀਟਿਊਸ਼ਨ ਦੀ ਪ੍ਰੀਐਂਬਲ ਹੈ ਉਹਦੇ ਵਿੱਚ ਕਿਹੜੇ-ਕਿਹੜੇ ਸ਼ਬਦ ਨੇ ਇਹ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਕਿਤੇ ਵੀ ਡਾਈਵਰਸਿਟੀ ਸ਼ਬਦ ਨਹੀਂ ਆਇਆ। ਅਸੀਂ ਦੱਸਣਾ ਸੀ ਕਿ ਕਿਹੜਾ ਸ਼ਬਦ ਇਹਦੇ ਵਿੱਚ ਨਹੀਂ ਹੈ। ਡੀ ਆਪਸ਼ਨ ਬਿਲਕੁਲ ਸਹੀ ਹੋ ਜਾਏਗਾ ਕਿ ਡਾਈਵਰਸਿਟੀ ਸ਼ਬਦ ਭਾਰਤ ਦੀ ਪ੍ਰਸਤਾਵਨਾ ਦੇ ਵਿੱਚ ਮੌਜੂਦ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਕਿਹੜਾ ਅਧਿਕਾਰ ਹੈ? ਆਪਸ਼ਨ ਹਨ ਸੰਵਿਧਾਨਕ ਅਧਿਕਾਰ, ਮੌਲਿਕ ਅਧਿਕਾਰ, ਮਨੁੱਖੀ ਅਧਿਕਾਰ ਜਾਂ ਕਾਨੂੰਨੀ ਅਧਿਕਾਰ। ਜਿਹੜਾ ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਦਾ ਕਾਨੂੰਨ ਹੈ, ਪ੍ਰੋਟੈਕਸ਼ਨ ਆਫ ਵੂਮਨ ਫਰੋਮ ਡੋਮੈਸਟਿਕ ਵਾਇਲੈਂਸ ਐਕਟ 2005, ਇਹ ਇੱਕ ਲੀਗਲ ਰਾਈਟ ਹੈ, ਇਹ ਇੱਕ ਕਾਨੂੰਨੀ ਅਧਿਕਾਰ ਹੈ। ਇਹਦਾ ਸਹੀ ਜਵਾਬ ਹੋ ਜਾਏਗਾ ਜੀ ਡੀ ਆਪਸ਼ਨ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੀ ਕਿਹੜੀ ਧਾਰਾ ਲਿੰਗ ਦੇ ਆਧਾਰ ਤੇ ਭੇਦਭਾਵ ਦੀ ਮਨਾਹੀ ਕਰਦੀ ਹੈ? ਆਪਸ਼ਨ ਹਨ ਆਰਟੀਕਲ 15(1), ਆਰਟੀਕਲ 14, ਆਰਟੀਕਲ 16 ਜਾਂ ਆਰਟੀਕਲ 15(3). ਜਿਹੜੀ ਭਾਰਤੀ ਸੰਵਿਧਾਨ ਦੀ ਧਾਰਾ 15(1) ਹੈ
ਉਹ ਰਾਜ ਵਿੱਚ ਕਿਸੇ ਵੀ ਨਾਗਰਿਕ ਨਾਲ ਸਿਰਫ ਧਰਮ, ਨਸਲ, ਜਾਤ, ਲਿੰਗ, ਜਨਮ ਸਥਾਨ ਜਾਂ ਇਹਨਾਂ ਵਿੱਚੋਂ ਕਿਸੇ ਵੀ ਆਧਾਰ 'ਤੇ ਵਿਤਕਰਾ ਨਾ ਕਰਨ ਦੀ ਮਨਾਹੀ ਕਰਦੀ ਹੈ ਜਾਂ ਵਿਤਕਰਾ ਨਹੀਂ ਕਰਨਾ ਇਹ ਕਹਿੰਦੀ ਹੈ ਜੀ 15(1) ਧਾਰਾ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜੀਆਂ ਸੈਕਸੁਅਲ ਹਰਾਸਮੈਂਟ ਦੀਆਂ ਉਦਾਹਰਨਾਂ ਹਨ? ਆਪਸ਼ਨ ਹਨ ਵਰਬਲ ਕਮੈਂਟ ਜਵਾਨੀ ਟਿੱਪਣੀਆਂ, ਨਾਨ ਵਰਬਲ ਐਕਸ਼ਨ ਗੈਰ ਮੌਖਿਕ ਕਾਰਵਾਈਆਂ, ਅਣਚਾਹੀਆਂ ਬੇਨਤੀਆਂ ਅਨਵਾਂਟਡ ਰਿਕੁਐਸਟ ਜਾਂ ਉੱਪਰ ਦਿੱਤੇ ਸਾਰੇ। ਇਹ ਸਾਰੇ ਹੀ ਜਿਹੜੇ ਨੇ ਇਹ ਸੈਕਸੁਅਲ ਹਰਾਸਮੈਂਟ ਦੀਆਂ ਉਦਾਹਰਨਾਂ ਦੇ ਵਿੱਚ ਨੇ। ਡੀ ਆਪਸ਼ਨ ਬਿਲਕੁਲ ਸਹੀ ਹੋ ਜਾਏਗਾ ਜੀ। ਅਗਲਾ ਪ੍ਰਸ਼ਨ ਹੈ, ਅਖਬਾਰਾਂ, ਕਿਤਾਬਾਂ ਅਤੇ ਪ੍ਰਿੰਟਿੰਗ ਪ੍ਰੈਸ ਭਾਰਤੀ ਸੰਵਿਧਾਨ ਦੀਆਂ ਹੇਠ ਲਿਖੀਆਂ ਸੂਚੀਆਂ ਵਿੱਚੋਂ ਕਿਸ ਦੇ ਅਧੀਨ ਆਉਂਦੇ ਹਨ? ਆਪਸ਼ਨ ਹਨ ਰਾਜ ਸੂਚੀ, ਯੂਨੀਅਨ ਸੂਚੀ, ਸਮਕਾਲੀ ਸੂਚੀ ਜਾਂ ਕੋਈ ਨਹੀਂ। ਜਿਹੜੀ ਅਖਬਾਰਾਂ, ਕਿਤਾਬਾਂ ਅਤੇ ਪ੍ਰਿੰਟਿੰਗ ਪ੍ਰੈਸ ਨੇ ਇਹ ਕੰਕਰੈਂਟ ਲਿਸਟ ਯਾਨੀ ਕਿ ਸਮਕਾਲੀ ਸੂਚੀ ਦੇ ਵਿੱਚ ਆਉਂਦੇ ਨੇ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਗ੍ਰਾਮ ਪੰਚਾਇਤਾਂ ਦਾ ਕੰਮ ਨਹੀਂ ਹੈ? ਆਪਸ਼ਨ ਹਨ ਸਥਾਨਕ ਬਾਜ਼ਾਰਾਂ ਦੀ ਸਥਾਪਨਾ ਅਤੇ ਰੱਖ ਰਖਾਵ, ਆਵਾਜਾਈ ਦੀ ਸਹੂਲਤ, ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਜਾਂ ਪਿੰਡ ਦੀਆਂ ਗਲੀਆਂ ਦੀ ਰੌਸ਼ਨੀ। ਪਿੰਡ ਦੀਆਂ ਗਲੀਆਂ ਦੀ ਰੌਸ਼ਨੀ, ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਸਥਾਨਕ ਬਾਜ਼ਾਰਾਂ ਦੀ ਸਥਾਪਨਾ ਅਤੇ ਰੱਖ ਰਖਾਵ ਇਹ ਗ੍ਰਾਮ ਪੰਚਾਇਤ ਦਾ ਕੰਮ ਹੈ ਅਤੇ ਆਵਾਜਾਈ ਦੀ ਸਹੂਲਤ ਦੇਣਾ ਇਹ ਗ੍ਰਾਮ ਪੰਚਾਇਤ ਦਾ ਕੋਈ ਕੰਮ ਨਹੀਂ ਹੈ। ਬੀ ਆਪਸ਼ਨ ਬਿਲਕੁਲ ਸਹੀ ਹੋ ਜਾਏਗਾ ਜੀ। ਇਸ ਦੇ ਨਾਲ ਹੀ ਇਹ ਵੀਡੀਓ ਖਤਮ ਹੁੰਦੀ ਹੈ ਜੀ। ਇਸ ਤਰ੍ਹਾਂ ਦੀ ਇੱਕ ਹੋਰ ਵੀਡੀਓ ਲੈ ਕੇ ਜਲਦੀ ਹੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਸਾਡੇ ਚੈਨਲ 'ਤੇ ਜਿਹੜੀਆਂ ਬਾਕੀ ਵੀਡੀਓ ਨੇ, ਮੈਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ, ਮੈਰਾਥਨ ਵੀ ਪਾਈ ਹੈ, 1 ਲਾਈਨਰ ਵੀ ਪਾਏ ਨੇ, ਬਹੁਤ ਸਾਰੀਆਂ ਵੀਡੀਓ ਨੇ। ਸਾਰੀਆਂ ਜੇਕਰ ਤੁਸੀਂ ਦੇਖ ਲਓ ਤਾਂ ਤੁਹਾਡਾ ਪੰਜਾਬ ਟੈਟ ਨੂੰ ਪਾਸ ਕਰਨਾ ਕੋਈ ਔਖੀ ਗੱਲ ਨਹੀਂ ਹੋਏਗੀ ਤੁਹਾਡੇ ਵਾਸਤੇ। ਆਲ ਦੀ ਬੈਸਟ। ਥੈਂਕ ਯੂ।